ਪ੍ਰਾਈਮ ਇਟਾਲੀਆ ਚੈਨਲ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ, ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਅਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਵੋ। ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਇਟਲੀ ਦੇ ਵਿੱਚ ਕੋਵਿਡ ਦੀ ਕੀ ਸਿਚੁਏਸ਼ਨ ਹੈ। ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 28,064 ਕੇਸਿਸ ਆਏ ਹਨ ਤੇ 123 ਡੈਥ ਹੋਈਆਂ ਹਨ ਤੇ ਪੋਜ਼ਿਟਿਵਿਟੀ ਰੇਟ 4.0% ਤੇ ਹੈ। ਇਸ ਤੋਂ ਬਾਅਦ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਸੋਮਵਾਰ ਤੋਂ ਯਾਨੀ ਕਿ ਕੱਲ੍ਹ ਤੋਂ ਵੈਨੇਤੋ, ਮਾਰਕੀ, ਲਗੂਰੀਆ ਤੇ ਟ੍ਰੈਂਟੋ ਦੇ ਕੁਝ ਪ੍ਰਾਂਤ ਜਿਹੜੇ ਹੈਗੇ ਆ ਉਹ ਪੀਲੇ ਜ਼ੋਨ ਦੇ ਵਿੱਚ ਯਾਨੀ ਯੈਲੋ ਜ਼ੋਨ ਦੇ ਵਿੱਚ ਐਂਟਰ ਹੋ ਰਹੇ ਹਨ। ਤੇ ਯੈਲੋ ਜ਼ੋਨ ਦੇ ਵਿੱਚ ਐਂਟਰ ਹੋਣ ਦੇ ਨਾਲ ਇਹਨਾਂ ਜਿਹੜੇ ਏਰੀਆਜ਼ ਹੈਗੇ ਆ ਇਹਨਾਂ ਦੇ ਵਿੱਚ ਕੁਝ ਜ਼ਿਆਦਾ ਬੰਦਿਸ਼ਾਂ ਲੱਗ ਸਕਦੀਆਂ ਹਨ। ਤੇ ਜੇਕਰ ਆਪਾਂ ਓਮਿਕਰੋਨ ਵੇਰੀਐਂਟ ਦੇ ਕੇਸਾਂ ਦੀ ਦੇਖੀਏ ਤਾਂ ਇਟਲੀ ਦੇ ਵਿੱਚ ਹੁਣ ਤੱਕ ਇਸ ਨਾਲ ਸੰਬੰਧਿਤ ਜਿਹੜੇ ਕੇਸਿਸ ਹੈਗੇ ਆ 84 ਹੋ ਚੁੱਕੇ ਹਨ। ਇਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਹੈ ਕਿ ISS ਦਾ ਕਹਿਣਾ ਹੈ ਕਿ 5 ਮਹੀਨਿਆਂ ਦੇ ਬਾਅਦ ਬੂਸਟਰ ਡੋਜ਼ ਲਗਵਾਉਣ ਦੇ ਨਾਲ ਜਿਹੜੀ ਇਨਫੈਕਸ਼ਨ ਦੇ ਵਿਰੁੱਧ ਵੈਕਸੀਨ ਦੀ ਜਿਹੜੀ ਪ੍ਰਭਾਵਸ਼ੀਲਤਾ ਹੈਗੀ, ਐਫੀਸ਼ੀਐਂਸੀ ਹੈਗੀ ਆ 35% ਤੋਂ ਲੈ ਕੇ 75.5% ਤੱਕ ਵੱਧ ਜਾਂਦੀ ਹੈ। ਤੇ ਇਸ ਦੇ ਨਾਲ ਗਵਰਨਮੈਂਟ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਇਸ ਮਹੀਨੇ ਦੇ ਅੰਤ ਦੇ ਵਿੱਚ ਲਗਭਗ 5 ਮਿਲੀਅਨ ਜਿਹੜੀਆਂ ਡੋਜ਼ਿਸ ਵੈਕਸੀਨ ਦੀਆਂ ਹੋਰ ਇਟਲੀ ਦੇ ਵਿੱਚ ਪਹੁੰਚ ਜਾਣਗੀਆਂ। ਇਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਹੈ ਕਿ ਓਮਿਕਰੋਨ ਵੇਰੀਐਂਟ ਜਿਹੜਾ ਹੈ ਉਸ ਦਾ ਪ੍ਰਭਾਵ ਕਾਫੀ ਜ਼ਿਆਦਾ ਵੱਧ ਰਿਹਾ ਹੈ ਇਟਲੀ ਦੇ ਵਿੱਚ ਅਤੇ ਇਸ ਦੇ ਨਾਲ ਕਾਫੀ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਆ ਰਹੇ ਹਨ। ਅਤੇ ਇਸ ਲਈ ਸਰਕਾਰ ਦੇ ਦੁਆਰਾ ਕ੍ਰਿਸਮਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕ੍ਰਿਸਮਿਸ ਦੀ ਸ਼ਾਮ ਤੋਂ ਇੱਕ ਦਿਨ ਪਹਿਲਾਂ ਕੰਟਰੋਲ ਰੂਮ ਦੀ ਵਿੱਚ ਜਾਣੀ ਕਿ ਮੀਟਿੰਗ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਅਤੇ ਇਸ ਮੀਟਿੰਗ ਦੇ ਵਿੱਚ ਸਰਕਾਰ ਦੇ ਦੁਆਰਾ ਪ੍ਰੋਗਰਾਮਸ, ਪਾਰਟੀਆਂ, ਸਿਨੇਮਾ ਘਰ ਅਤੇ ਥੀਏਟਰਾਂ ਦੇ ਵਿੱਚ ਜਿਹੜੀਆਂ ਭੀੜ ਭੜੱਕਾ ਵਾਲੀਆਂ ਜਗ੍ਹਾ ਹੈ ਉਹਨਾਂ 'ਤੇ ਜਾਣ ਦੇ ਲਈ ਵੈਕਸੀਨੇਸ਼ਨ ਕਰਵਾਉਣ ਵਾਲਿਆਂ ਦੇ ਲਈ ਵੀ ਬਫਰ ਲਾਜ਼ਮੀ ਹੋਵੇਗਾ। ਅਤੇ ਇਸ ਮੀਟਿੰਗ ਦੇ ਵਿੱਚ ਕਾਫੀ ਜ਼ਿਆਦਾ ਮੁੱਦਿਆਂ 'ਤੇ ਵਿਚਾਰ ਕੀਤਾ ਜਾਵੇਗਾ। ਇਸ ਦੇ ਵਿੱਚ ਗ੍ਰੀਨ ਪਾਸ ਦੀ ਜਿਹੜੀ ਵੈਲਿਡਿਟੀ ਹੈ ਉਸ ਦੇ ਬਾਰੇ ਵੀ ਚਰਚਾ ਹੋਵੇਗੀ ਕਿ ਜਿਸ ਤਰ੍ਹਾਂ ਹੁਣ ਗ੍ਰੀਨ ਪਾਸ ਦੀ ਵੈਲਿਡਿਟੀ 9 ਮਹੀਨੇ ਹੈ ਅਤੇ ਹੁਣ ਇਸ ਮੀਟਿੰਗ ਦੇ ਵਿੱਚ ਇਸ ਦੇ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਅਤੇ ਇਸ ਮੀਟਿੰਗ ਦੇ ਵਿੱਚ ਓਮਿਕਰੋਨ ਦੇ ਨਾਲ ਸੰਬੰਧਿਤ ਜੋ ਵੀ ਡਾਟਾ ਹੋਵੇਗਾ ਉਸ ਨੂੰ ਕਲੈਕਟ ਕੀਤਾ ਜਾਵੇਗਾ ਅਤੇ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਹੋ ਸਕਦਾ ਹੈ ਕਿ ਪਾਬੰਦੀਆਂ ਦੇ ਵਿੱਚ ਵਾਧਾ ਹੋ ਜਾਵੇ। ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਹਰ ਆਊਟਡੋਰ ਦੇ ਵਿੱਚ ਮਾਸਕ ਨੂੰ ਵੀ ਜ਼ਰੂਰੀ ਕਰ ਦਿੱਤਾ ਜਾ ਸਕਦਾ ਹੈ ਜਾਂ ਫਿਰ ਗ੍ਰੀਨ ਪਾਸ ਤੋਂ ਇਲਾਵਾ ਜਿਹੜੇ ਖੁੱਲ੍ਹੇ ਜਗ੍ਹਾ ਹੈ ਉਹਨਾਂ ਦੇ ਵਿੱਚ ਭੀੜ ਭੜੱਕੇ ਵਾਲੇ ਥਾਂ ਹੈ ਜਿਸ ਤਰ੍ਹਾਂ ਡਿਸਕੋ ਵਗੈਰਾ ਜ਼ਿਆਦਾ ਭੀੜ ਇਕੱਠੀ ਹੁੰਦੀ ਹੈ, ਸਿਨੇਮਾਸ ਵਗੈਰਾ, ਉੱਥੇ ਹੁਣ ਸਵੈਬ ਟੈਸਟ ਦੀ ਲੋੜ ਪੈ ਸਕਦੀ ਹੈ। ਅਤੇ ਇਸ ਤੋਂ ਬਾਅਦ ISS ਦਾ ਕਹਿਣਾ ਹੈ ਕਿ ਬੱਚਿਆਂ ਅਤੇ ਨੌਜਵਾਨਾਂ ਦੇ ਵਿੱਚ ਵੀ ਹੁਣ ਇਹ ਕੇਸ ਵੱਧ ਰਹੇ ਹਨ। 3 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਹੌਸਪੀਟਲ ਦੇ ਵਿੱਚ ਹੁਣ ਭਰਤੀ ਹੋ ਰਹੇ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਨੀਦਰਲੈਂਡ ਜਿਹੜਾ ਹੈਗਾ ਦੁਬਾਰਾ ਫਿਰ ਲੋਕਡਾਊਨ ਵੱਲ ਵੱਧ ਰਿਹਾ ਹੈ। ਲੋਕਡਾਊਨ ਵਾਪਸ ਆ ਗਿਆ ਹੈ ਨੀਦਰਲੈਂਡ ਦੇ ਵਿੱਚ ਅਤੇ ਅੱਜ ਤੋਂ ਯਾਨੀ ਕਿ 19 ਦਸੰਬਰ ਤੋਂ ਲੈ ਕੇ 14 ਜਨਵਰੀ ਤੱਕ ਨੀਦਰਲੈਂਡਸ ਦੇ ਵਿੱਚ ਲੋਕਡਾਊਨ ਰਹੇਗਾ। ਅਤੇ ਇਹ ਫੈਸਲਾ ਹੁਣ ਓਮਿਕਰੋਨ ਵੇਰੀਐਂਟ ਦੇ ਇਨਫੈਕਸ਼ਨ ਦੇ ਵਧਣ ਤੋਂ ਬਾਅਦ ਲਿੱਤਾ ਗਿਆ ਹੈ। ਅਤੇ ਜੇਕਰ ਆਪਾਂ UK ਦੀ ਗੱਲ ਕਰੀਏ ਤਾਂ UK ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 90,418 ਕੇਸਿਸ ਅਤੇ 125 ਡੈਥ ਹੋਈਆਂ ਹਨ। ਅਤੇ ਜੇਕਰ ਆਪਾਂ ਓਮਿਕਰੋਨ ਵੇਰੀਐਂਟ ਦੀ ਗੱਲ ਕਰੀਏ ਤਾਂ UK ਦੇ ਵਿੱਚ ਵੀ ਓਮਿਕਰੋਨ ਵੇਰੀਐਂਟ ਦਾ ਕਾਫੀ ਜ਼ਿਆਦਾ ਕਹਿਰ ਵਾਪਰਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਦੇ ਨਾਲ ਇਨਫੈਕਟਿਡ ਲੋਕਾਂ ਦੇ ਵਿੱਚੋਂ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਦੇ ਨਾਲ ਹੌਸਪੀਟਲ ਦੇ ਵਿੱਚ ਜਿਹੜੀ ਭਰਤੀ ਹੈਗੀ ਆ 65 ਤੋਂ 85 ਤੱਕ ਵੱਧ ਗਈ ਹੈ। ਇਸ ਦੇ ਲਈ ਉੱਥੇ ਦੇ ਜਿਹੜੇ ਸਿਹਤ ਮੰਤਰੀ ਹੈ ਉਹਨਾਂ ਨੇ ਲੋਕਡਾਊਨ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਹੈ ਕਿ ਯੂਰਪ ਦੇ ਦੇਸ਼ਾਂ ਦੇ ਵਿੱਚ ਓਮਿਕਰੋਨ ਦੇ ਵੱਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਸਖਤ ਪਾਬੰਦੀਆਂ ਲੱਗ ਰਹੀਆਂ ਹਨ ਅਤੇ ਜਿਸ ਤੋਂ ਬਾਅਦ ਪੈਰਿਸ ਤੋਂ ਬਾਰਸੀਲੋਨਾ ਤੱਕ ਲੋਕ ਪ੍ਰਦਰਸ਼ਨ ਕਰਨ ਲੱਗ ਪਏ ਹਨ। ਅਤੇ ਇਸ ਮਹਾਂਮਾਰੀ ਦੇ ਮਾਮਲਿਆਂ ਦੇ ਵਿੱਚ ਤੇਜ਼ੀ ਨਾਲ ਵੱਧ ਰਹੇ ਜਿਹੜੇ ਮਾਮਲੇ ਨੂੰ ਵੱਧਦੇ ਹੋਏ ਦੇਖ ਕੇ ਫਰਾਂਸ ਅਤੇ ਆਸਟਰੀਆ ਦੇ ਮੰਤਰੀਆਂ ਨੇ ਯਾਤਰਾ ਪਾਬੰਦੀਆਂ ਕਾਫੀ ਜ਼ਿਆਦਾ ਸਖਤ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਫਰਾਂਸ ਦੇ ਨਵੇਂ ਸਾਲ 'ਤੇ ਆਤਿਸ਼ਬਾਜ਼ੀ ਰੱਦ ਕਰ ਦਿੱਤੀ ਹੈ। ਡੈਨਮਾਰਕ ਨੇ ਥੀਏਟਰ, ਕੌਂਸਰਟ ਹਾਲ, ਮਨੋਰੰਜਕ ਪਾਰਕ ਅਤੇ ਮਿਊਜ਼ੀਅਮ ਵੀ ਬੰਦ ਕਰ ਦਿੱਤੇ ਹਨ। ਅਤੇ ਉੱਥੇ ਹੀ ਆਇਰਲੈਂਡ ਨੇ ਪਬਸ ਅਤੇ ਬਾਰ ਦੇ ਵਿੱਚ ਰਾਤ 8 ਵਜੇ ਤੋਂ ਬਾਅਦ ਵੀ ਕਰਫਿਊ ਲਗਾ ਦਿੱਤਾ ਹੈ ਅਤੇ ਘਰ ਦੇ ਅੰਦਰ ਅਤੇ ਬਾਹਰ ਦੇ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਹੈ। ਅਤੇ ਇਸੇ ਤਰ੍ਹਾਂ ਹੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਨੇ ਵੀ ਸ਼ੁੱਕਰਵਾਰ ਨੂੰ ਆਪਣੇ ਭਾਸ਼ਣ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੇ ਨਵੀਆਂ ਪਾਬੰਦੀਆਂ ਇਨਫੈਕਸ਼ਨ ਤੋਂ ਬਚਣ ਦੇ ਲਈ ਲਗਾਈਆਂ ਹਨ।
ਤੇ ਇਸ ਦੇ ਨਾਲ ਡੱਚ ਸਰਕਾਰ ਨੇ ਵੀ ਆਪਣੇ ਜਿਹੜੀ ਮੰਤਰੀਆਂ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਪਹਿਲਾਂ ਤੋਂ ਜਿਹੜਾ ਉੱਥੇ ਪਾਰਸ਼ਲ ਲੋਕਡਾਊਨ ਲੱਗ ਰਿਹਾ ਹੈ ਤੇ ਉਸ ਨੂੰ ਹੋਰ ਸਖਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਤੇ ਯੂਕੇ ਦੇ ਵਿੱਚ ਵੀ ਸਰਕਾਰ ਦੇ ਦੁਆਰਾ ਘਰਾਂ ਦੇ ਅੰਦਰ ਵੀ ਮਾਸਕ ਲਗਾਉਣਾ ਜ਼ਰੂਰੀ ਕਰ ਦਿੱਤਾ ਹੈ ਤੇ ਨਾਈਟ ਕਲੱਬਸ ਵੱਡੇ ਪ੍ਰੋਗਰਾਮ ਦੇ ਵਿੱਚ ਜਾਣ ਦੇ ਲਈ ਲੋਕਾਂ ਨੂੰ ਵੈਕਸੀਨੇਸ਼ਨ ਜਾਂ ਨੈਗੇਟਿਵ ਜਾਂਚ ਸਰਟੀਫਿਕੇਟ ਦਿਖਾਉਣ ਦਾ ਹੁਕਮ ਦਿੱਤਾ ਹੈ। ਤੇ ਕਹਿ ਸਕਦੇ ਹਾਂ ਕਿ ਇੱਕ ਵਾਰ ਫਿਰ ਦੁਆਰਾ ਜਿਹੜੇ ਦੇਸ਼ ਹੈਗੇ ਆ ਉਹੀ ਸਥਿਤੀ 'ਚ ਪਹੁੰਚ ਰਹੇ ਹਨ ਜੋ ਅੱਜ ਤੋਂ 1 ਸਾਲ ਪਹਿਲਾਂ ਸਿਚੁਏਸ਼ਨ ਸੀ। ਤੇ ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਯੂਰਪ ਦੇ ਵਿੱਚ ਕ੍ਰਿਸਮਸ 2021 ਕਿਹੋ ਜਿਹਾ ਹੋਵੇਗਾ ਤੇ ਦੱਸਿਆ ਜਾ ਰਿਹਾ ਹੈ ਕਿ ਕ੍ਰਿਸਮਸ ਜਿਹੜਾ ਇਸ 2021 ਹੈ ਇਸ ਸਾਲ ਵੀ ਪਾਬੰਦੀਆਂ ਤੇ ਕਰਫਿਊ ਦੇ ਵਿੱਚ ਹੀ ਬਤੀਤ ਹੋਵੇਗਾ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਇਟਲੀ ਦੀ ਰਾਜਧਾਨੀ ਮਿਲਾਨ ਦੇ ਵਿੱਚ ਸ਼ਨੀਵਾਰ ਕੱਲ੍ਹ ਯਾਨੀ ਕਿ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਕਾਰਨ ਕਿਸੇ ਕਰਕੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ ਤੇ ਇਟਲੀ ਦੇ ਇੰਸਟੀਚਿਊਟ ਆਫ ਜਿਓਫਿਜ਼ਿਕਸ ਐਂਡ ਬਾਲੋਨਕੋਲੋਜੀ ਸੰਸਥਾ ਮੁਤਾਬਕ ਰਿਐਕਟਰ ਸਕੇਲ ਤੇ ਭੂਚਾਲ ਦੀ ਜਿਹੜੀ ਤੀਬਰਤਾ ਹੈਗੀ ਆ 4.3 ਤੋਂ ਲੈ ਕੇ 4.8 ਦੇ ਦਰਮਿਆਨ ਮਾਪੀ ਗਈ ਹੈ ਤੇ ਭੂਚਾਲ ਦੇ ਇਹ ਝਟਕੇ ਬੈਰਗਾਮੋ ਏਰੀਆ ਦੇ ਵਿੱਚ ਸਵੇਰੇ ਕਰੀਬ 11:15 ਵਜੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਇੰਡੀਆ ਤੋਂ। ਇੰਡੀਆ ਦੇ ਵਿੱਚ ਮਹਾਰਾਸ਼ਟਰ ਦੇ ਸਮੇਤ 4 ਸਟੇਟਸ ਦੇ ਵਿੱਚ ਨਵੇਂ ਇਨਫੈਕਸ਼ਨ ਦਰਜ ਹੋਣ ਤੋਂ ਬਾਅਦ ਇੰਡੀਆ ਦੇ ਵਿੱਚ ਓਮਿਕਰੋਨ ਵਾਇਰਸ ਦੇ ਨਾਲ ਕੇਸਿਸ ਵੱਧ ਕੇ 143 ਹੋ ਚੁੱਕੇ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਤੋਰੀਨੋ ਤੋਂ। ਤੋਰੀਨੋ ਦੇ ਵਿੱਚ ਇੱਕ ਕੰਸਟਰਕਸ਼ਨ ਸਾਈਟ ਤੇ ਕ੍ਰੇਨ ਦੇ ਡਿੱਗਣ ਦੇ ਨਾਲ 3 ਮਜ਼ਦੂਰ ਮਾਰੇ ਗਏ ਹਨ ਤੇ 3 ਹੋਰ ਜ਼ਖਮੀ ਹੋ ਗਏ ਹਨ। ਫਿਲਹਾਲ ਕ੍ਰੇਨ ਦੇ ਡਿੱਗਣ ਦਾ ਕਾਰਨ ਨਹੀਂ ਪਤਾ ਲੱਗਾ ਤੇ ਸਾਈਟ ਦੇ ਨਿਰਮਾਣ ਦੇ ਦੌਰਾਨ ਜਿੱਥੇ ਮਜ਼ਦੂਰ ਬੈਠੇ ਸੀ ਉਹਨਾਂ ਤੇ ਇਹ ਜਿਹੜੀ ਕ੍ਰੇਨ ਡਿੱਗੀ ਹੈ ਜਿਸ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਏਅਰ ਇੰਡੀਆ ਨੇ 22 ਦਸੰਬਰ ਤੋਂ ਹੈਦਰਾਬਾਦ ਤੋਂ ਸ਼ਿਕਾਗੋ ਦੇ ਲਈ ਸਿੱਧੀਆਂ ਉਡਾਨਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ ਹਰ ਬੁੱਧਵਾਰ ਤੇ ਹਰ ਸ਼ੁੱਕਰਵਾਰ ਤੋਂ ਇਹ ਫਲਾਈਟਸ ਚੱਲਣਗੀਆਂ। ਇਸ ਤੋਂ ਪਹਿਲਾਂ ਦਿੱਲੀ ਤੋਂ ਸੈਨ ਫਰਾਂਸਿਸਕੋ ਦੇ ਲਈ ਵੀ ਜਿਹੜੀ ਫਲਾਈਟ ਸੀਗੀਆਂ ਉਹਨਾਂ ਦੇ ਲਈ ਵੀ ਅਨਾਊਂਸਮੈਂਟ ਕੀਤੀ ਗਈ ਸੀ ਤੇ ਏਅਰਲਾਈਨਸ ਦੀ ਨਿਊ ਜਿਹੜੀ ਅਪਡੇਟ ਹੈ ਉਹਦੇ ਅਕੋਰਡਿੰਗ ਸਿੱਧੀਆਂ ਡਾਇਰੈਕਟ ਫਲਾਈਟਸ 22 ਦਸੰਬਰ ਤੋਂ ਦੁਬਾਰਾ ਫਿਰ ਸ਼ੁਰੂ ਹੋ ਜਾਣਗੀਆਂ ਤੇ ਇਹ ਫਲਾਈਟਸ ਸੈਂਟਰ ਗਵਰਨਮੈਂਟ ਦੇ ਏਅਰ ਬਬਲ ਸਮਝੌਤੇ ਦੇ ਤਹਿਤ ਚਲਾਈਆਂ ਜਾਣਗੀਆਂ ਤੇ ਵਰਤਮਾਨ ਸਮੇਂ ਦੇ ਵਿੱਚ ਏਅਰ ਇੰਡੀਆ ਸਿਰਫ ਦਿੱਲੀ ਤੋਂ ਨਿਊਯਾਰਕ, ਨਿਊਯਾਰਕ, ਵਾਸ਼ਿੰਗਟਨ, ਸੈਨ ਫਰਾਂਸਿਸਕੋ ਤੇ ਸ਼ਿਕਾਗੋ ਦੇ ਲਈ ਹੀ ਡਾਇਰੈਕਟ ਫਲਾਈਟਸ ਚਲਾਉਂਦੀਆਂ ਹਨ। ਤੇ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਯੂਕੇ ਤੋਂ। ਯੂਕੇ ਦੀ ਗਵਰਨਮੈਂਟ ਦੁਆਰਾ ਕਰੋਨਾ ਵਾਇਰਸ ਦੇ ਇਸ ਨਵੇਂ ਵੇਰੀਐਂਟ ਦੇ ਪ੍ਰਸਾਰ ਤੋਂ ਰੋਕਣ ਦੇ ਲਈ ਕ੍ਰਿਸਮਸ ਤੋਂ ਬਾਅਦ 2 ਹਫ਼ਤਿਆਂ ਦਾ ਲਾਕਡਾਊਨ ਲੱਗ ਸਕਦਾ ਹੈ ਕਿਉਂਕਿ ਯੂਕੇ ਦੇ ਵਿੱਚ ਕਾਫੀ ਜ਼ਿਆਦਾ ਕੇਸਿਸ ਜਿਹੜੇ ਕਿ 90,000 ਤੋਂ ਉੱਤੇ ਕੇਸਿਸ ਆ ਰਹੇ ਹਨ ਤੇ ਇਸ ਤੋਂ ਬਾਅਦ ਉੱਥੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਇਹ ਫੈਸਲਾ ਲਿਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਯੂਕੇ ਦੇ ਵਿੱਚ ਵੀ ਲਾਕਡਾਊਨ ਲੱਗ ਸਕਦਾ ਹੈ ਕਿਉਂਕਿ ਬ੍ਰਿਟੇਨ ਦੇ ਵਿੱਚ ਹਰ ਦਿਨ ਕਰੋਨਾ ਦੇ ਮਾਮਲੇ ਵੱਧ ਰਹੇ ਹਨ। ਇਹ ਸੀ ਅੱਜ ਦੀਆਂ ਕੁਝ ਖਾਸ ਨਿਊਜ਼। ਹੁਣ ਆਪਾਂ ਦੇਖ ਲੈਂਦੇ ਹਾਂ ਅੱਜ ਦੇ ਕਰੰਸੀ ਰੇਟਸ। ਸਭ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 51 ਰੁਪਏ 22 ਪੈਸੇ। ਯੂਕੇ ਦੇ ਪਾਉਂਡ ਦਾ ਰੇਟ ਚੱਲ ਰਿਹਾ ਹੈ 100 ਰੁਪਏ 69 ਪੈਸੇ। ਯੂਰੋ ਦਾ ਰੇਟ ਚੱਲ ਰਿਹਾ ਹੈ 85 ਰੁਪਏ 42 ਪੈਸੇ। US ਡਾਲਰ ਦਾ ਰੇਟ ਚੱਲ ਰਿਹਾ ਹੈ 76 ਰੁਪਏ 1 ਪੈਸੇ। ਕੈਨੇਡਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 58 ਰੁਪਏ 94 ਪੈਸੇ। ਆਸਟ੍ਰੇਲੀਆ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 54 ਰੁਪਏ 16 ਪੈਸੇ ਤੇ ਦੁਬਈ ਦੇ ਦਰਾਮ ਦਾ ਰੇਟ ਚੱਲ ਰਿਹਾ ਹੈ 20 ਰੁਪਏ 69 ਪੈਸੇ। ਇਹ ਸੀ ਕੁਝ ਦੇਸ਼ਾਂ ਦੇ ਕਰੰਸੀ ਰੇਟ। ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।